अस्सलाम वालेकुम नाज़रीन, आपका मेज़बान मोहम्मद रिजवान आपकी खिदमत में हाज़िर है। आप देखें हैं नवाब न्यूज़ HD इंटरनेशनल सोशल मीडिया चैनल। इस वक्त मेरे साथ मौजूद हैं बहुत ही मशहूर व मरूफ टिकटॉक स्टार और सोशल मीडिया पर ज़्यादा देखे जाने वाले शख्सियात मोहम्मद अवैस घुम्मन सियालकोटी। आज इनसे कुछ सवालात जानते हैं, हमारे साथ रहिए जी। अस्सलाम वालेकुम सर। वालेकुम सर, आपके जहन में टिकटॉक बनाने का ख्याल कैसे है? टिकटॉक बनाने का ख्याल सब तो पहला तो मैं तुहाडा शुक्रिया अदा करना नवाब न्यूज़ का, और तुहाडा बड़ा शुक्रिया अदा करना तुसां अपना कीमती टाइम कढ़िया। टिकटॉक के उत्ते जो मैं वेख्या ना कि हर पासे बदमाशी, हर पासे फूं फां ते मैं ते ये वो ते वो बड़ा रौला पिया सी। ते मैं आखेआ कम से कम एक प्लेटफार्म बड़ा अच्छा है, इत्थे कोई इसलाही बातां भी होनियां चाहिदियां ने। ते ओह मेरे ज़हन दे विच अचानक ही ख्याल आया ते ओह मैं टिकटॉक की ID बनाई, लेकिन मैं लेट बनाई, जल्दी नहीं बनाई। तो जो बनाई है तो फिर ਉਹਦੇ ਉੱਤੇ फिर इसलाई मेरिया बातां ਹੁੰਦੀਆਂ ਨੇ, ਉਹੀ ਜਿਹੜੀਆਂ YouTube ਤੇ ਹੁੰਦੀਆਂ ਨੇ, Facebook ਤੇ ਹੁੰਦੀਆਂ ਨੇ, ਉਹੀ ਗੱਲਾਂ ਮੇਰੀਆਂ TikTok ਤੇ ਹੁੰਦੀਆਂ ਨੇ। ਉਹ ਅਲਹਮਦੁਲਿਲਾ TikTok ਦੇ ਉੱਤੇ ਮੇਰੇ ਜਿੰਨੇ ਵੇਖਣ ਵਾਲੇ ਨੇ ਉਹਨਾਂ ਨੂੰ ਕੋਈ ਅੱਛੀ ਚੀਜ਼ ਹੀ ਵੇਖਣ ਨੂੰ ਮਿਲਦੀ ਹੈ, ਕੋਈ ਇੰਤਸ਼ਾਰ ਵਾਲੀ चीज़ नहीं वेखਣ ਨੂੰ मिलती जी। बहुत शुक्रिया। आपकी कौन सी टिकटॉक वीडियो वायरल हुई जिससे आप इतने ज़्यादा मशहूर माशाल्लाह हो गए? ਉਹ ਜੀ ਇੱਕ ਜਿਹੜੀ ਮੇਰੀ ਵੀਡੀਓ ਸਟਾਰਟ ਅੰਦਰ ਵਾਇਰਲ ਹੋਈ ਸੀ ਉਹ ਇਹ ਸੀ ਕਿ ਅਗਰ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਕੋਈ ਮੁਖਲਸ ਸੱਜਣ ਦੇ ਛੜੇ, ਕੋਈ ਚੰਗਾ ਦੋਸਤ ਅਤਾ ਕਰ ਛੜੇ ਨਾ, ਤੇ ਉਹਦੇ ਨਾਲ ਡਰਾਮੇਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ। ਜੇ ਅੱਲਾਹ ਦੀ ਜ਼ਾਤ ਤੁਹਾਨੂੰ ਚੰਗਾ ਦੋਸਤ ਅਤਾ ਕਰ ਛੜੇ ਤੇ ਉਹਦੇ ਨਾਲ ਦੋ ਨੰਬਰੀਆਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਹਰ ਬੰਦਾ ਸਮਝਦਾ ਹੁੰਦਾ ਹੈ ਕਿ ਤੁਸੀਂ ਉਹਦੇ ਨਾਲ ਕੀ ਕਰਦੇ ਹੋ। ਪਿਓ ਵੱਖਰੀ ਗੱਲ ਹੈ ਉਹ ਤੁਹਾਡਾ ਬਰਮ ਰੱਖਣ ਵਾਸਤੇ ਤੁਹਾਨੂੰ ਦੱਸੇ ਜਾਂ ਨਾ ਦੱਸੇ, ਅਗਲਾ ਬੰਦਾ ਰੋਟੀ ਨੂੰ ਚੋਚੀ ਕੋ ਨਹੀਂ ਆਂਦਾ, ਹਰ ਬੰਦਾ ਸਮਝਦਾਰ ਹੁੰਦਾ। ਉਹ ਇਹ ਵੀਡੀਓ ਜਦੋਂ ਮੈਂ ਅਪਲੋਡ ਕੀਤੀ ਜਿਹੜੀ ਵਾਇਰਲ ਸਟਾਰਟ ਅੰਦਰ ਹੋਈ ਸੀ, ਤੇ ਅਲਹਮਦੁਲਿਲਾ ਉਹ ਬੇਸ਼ੁਮਾਰ ਯਾਨੀ ਕਿ ਮੇਰੇ ਕੋਲ ਵਿਊ ਹੋਣੇ ਨੇ ਉਹ 2-2.5 ਕਰੋੜ ਵਿਊ ਪਿਆ ਸੀ ਇਸ ਵੀਡੀਓ ਦੇ ਉੱਤੇ ਨਾ। ਤੇ ਉਦੋਂ ਬਾਅਦ ਫਿਰ ਇਹ ਸਿਲਸਿਲਾ ਜਿਹੜਾ ਨਾ ਮਜ਼ੀਦ ਚੱਲਦਾ ਰਿਹਾ, ਔਰ ਇਸੇ ਤਰ੍ਹਾਂ ਦੀ ਵੀਡੀਓ ਹੋਰ ਬਹੁਤ ਜ਼ਿਆਦਾ ਵਾਇਰਲ ਹੋ ਗਈਆਂ, ਲੇਕਿਨ ਪਹਿਲੀ ਵੀਡੀਓ ਵਾਇਰਲ ਮੇਰੀ ਇਹ ਵਾਲੀ ਹੋਈ ਸੀ टिकटॉक ਦੇ ਉੱਤੇ जी। बहुत शुक्रिया। आप बूरेवाला में आए, आपको बूरेवाला का शहर कैसा लगा? बूरेवाला बड़े अच्छे, बड़े मेहमान नवाज लोग ने, बड़े कदरदान लोग ने, और पहचान रखते हैं कि कच केड़ा ते लाल केड़ा। सो ये मैं जिन्नी भी तारीफ करा वो घट ही होगी। बूरे वाले दे जिहड़े लोग ने अगे एक बार आए सा काफ़ी देर पहला, लेकिन उदों कुछ होर तरह का हिसाब किताब सी, लेकिन अज आके वेख्या माशाल्लाह बड़ा अच्छा लग्या जी। जिन्नी भी तारीफ की जाए इस वास्ते घट के मेहमान नवाज ने, कदरदान ने, और ਜਿਹੜੇ ਬੰਦੇ ਨੂੰ ਕਦਰ ਹੋਵੇ ਕਿਸੇ ਦੀ ਉਹ ਬੰਦਾ ਬੜਾ ਆਲਾ ਹੁੰਦਾ ਹੈ ਕਿ ਕਮ ਸੇ ਕਮ ਉਹ ਕਦਰ ਤੇ ਜਾਣਦਾ ਹੈ ना। बड़ा अच्छा लगा जी बूरे वाला आके माशाल्लाह, बहुत शुक्रिया। आप किस तरह के लोगों से मिलना पसंद करते हैं? ਜਿਹੜੇ ਬੰਦੇ ਐਫੀਸ਼ੀਐਂਸੀਆਂ ਨਹੀਂ ਮਾਰਦੇ, ਜਿਹੜੇ ਬੰਦੇ ਦੋ ਨੰਬਰੀਆਂ ਨਹੀਂ ਕਰਦੇ, ਮਿਸਾਲ ਦੇ ਤੌਰ 'ਤੇ ਉੱਤੋਂ ਕੁਝ ਨੇ ਤੇ ਵਿੱਚੋਂ ਕੁਝ ਨੇ, ਉਹਨਾਂ ਬੰਦਿਆਂ ਨੂੰ ਮਿਲਣ 'ਤੇ ਬੜਾ ਦਿਲ ਕਰਦਾ। ਜਿਹੜੇ ਬੰਦੇ ਜੋ ਹੁੰਦੇ ਨੇ ਉਹ ਹੀ ਜ਼ਾਹਰ ਕਰਦੇ ਨੇ, ਜਿਹੜੇ ਬੰਦੇ ਉੱਤੋਂ ਕੁਝ ਹੋਣ ਵਿੱਚੋਂ ਕੁਝ ਹੋਣ, ਸ਼ੋਅ ਕੁਝ ਕਰਦੇ ਨੇ ਹਕੀਕਤ ਕੁਝ, ਉਹਨਾਂ ਨੂੰ ਬਿਲਕੁਲ ਮਿਲਣ 'ਤੇ ਦਿਲ ਨਹੀਂ ਕਰਦਾ। ਔਰ ਅਗਰ ਜੇ ਮਿਲਾਂਗਾ ਵੀ ਤਾਂ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਇਹ ਦੱਸਣ ਦਾ ਕਿ ਦੋ ਰੰਗੀ ਛੋੜ ਦੇ, ਯਕ ਰੰਗ ਹੋ ਜਾ, ਜਾਂ ਬਿਲਕੁਲ ਮੋਮ ਹੋ ਜਾ, ਜਾਂ ਸਰਾਸਰ ਸੰਗ ਹੋ ਜਾ। ਉਹੋ ਜਿਹੇ ਬੰਦਿਆਂ ਤੋਂ ਮੈਂ ਦੂਰ ਰਹਿਣਾ ਜੀ, ਜਿਹੜੇ ਬੰਦੇ ਵਿਖਾਲਾ ਹੋਰ ਕਰਦੇ ਨੇ ਤੇ ਹਕੀਕਤ 'ਚ ਕੁਝ ਹੋਰ ਹੁੰਦੇ ਨੇ ਜੀ। बहुत शुक्रिया। आप अपने फारग वक्त में क्या करना पसंद करते हैं? ਜਦੋਂ ਮੈਂ ਫਾਰਗ ਵਕਤ ਹੁੰਨਾ ਜੀ ਉਦੋਂ ਅੱਲਾ ਨਾਲ ਗੱਲਾਂ ਕਰਨਾ ਜੀ, ਸਿੱਧੀ ਸਾਫ਼ ਗੱਲ ਹੈ। ਨਮਾਜ਼ ਕੋ ਥੋੜ੍ਹੀ ਪੜ੍ਹਾਂ, ਬਹੁਤੀ ਪੜ੍ਹਾਂ, ਕੁਰਾਨ ਪਾਕ ਦੀ ਤਲਾਵਤ ਕਰਨਾ ਵਾ, ਥੋੜ੍ਹਾ ਪੜ੍ਹਨਾ ਜਾਂ ਜ਼ਿਆਦਾ ਪੜ੍ਹਨਾ, ਤਸਬੀਹ ਥੋੜ੍ਹੀ ਪੜ੍ਹਨਾ ਜ਼ਿਆਦਾ ਪੜ੍ਹਨਾ, ਉਹ ਮਾਮਲਾਤ ਇਬਾਦਤ ਵਾਲੇ ਜਿਹੜੇ ਨੇ ਉਹ ਮੇਰੇ ਤੇ ਅੱਲਾ ਦੇ ਦਰਮਿਆਨ ਨੇ। ਲੇਕਿਨ ਤੁਸਾਂ ਪੁੱਛਿਆ ਕਿ ਫਾਰਗ ਵਕਤ ਦੇ ਵਿੱਚ ਕੀ ਕਰਨਾ, ਤੇ ਜਦੋਂ ਮੈਂ ਬਿਲਕੁਲ ਹੀ ਫਾਰਗ ਹੁੰਨਾ ਤੇ ਇਹ ਨਹੀਂ ਕਿ ਅੱਲਾ ਨੂੰ ਫਾਰਗ ਵਕਤ ਵਾਸਤੇ ਰੱਖਿਆ ਕਿ ਜਦੋਂ ਵਿਹਲੇ ਆਉਣਾ ਤੇ ਉਦੋਂ ਹੀ ਅੱਲਾ ਨੂੰ ਯਾਦ ਕਰਨਾ, ਉਵੇਂ ਤਾਂ ਟਾਈਮ ਕੱਢ ਕੇ अलहमदुल्ला सारा कुछ करीदा। लेकिन जो मैं फारग हूँ तो बिल्कुल टाइम ज़ाया करने की बजाय अल्लाह नाल गल्लां करीदियां ने जी। माशाल्लाह, बहुत शुक्रिया। आपको शेरो शेरी करने का शौक कैसे पैदा हुआ? ये जी सन 2004 की बात है, जो मैं पहला शेर अपने पाकिस्तान रहिंदियां ही बच्चा सा अजे मैं, तो उदों मैं लिखिया तो अलहमदुलिल्लाह आप ही लिखिया तो आप ही बोलिया तो आप ही पढ़िया। इस तरह मैनू बचपन तो ही शेर सुनने का भी शौक सी और शेर बोलन का बड़ा शौक सी। पहला सुनना तो फिर बोलना, तो फिर बाहर चला गया, उत्थे बह के जो कलियां तन्हाई दे विच होना, तो ये इंज कह लो कि जिवें ना आमद हुंदी है, जिहड़ा एक शायर है शेर लिखदा है, मेरे ख्याल के मुताबिक जो मेरे नज़दीक है
ਕਿ ਇਹ ਅੱਲਾ ਦੀ ਤਰਫੋਂ ਆਮਦ ਹੁੰਦੀ ਹੈ ਲਫ਼ਜ਼ਾਂ ਦੀ, ਕਿ ਉਹ ਜ਼ੇਨ ਦੇ ਵਿੱਚ ਉਹ ਲਫ਼ਜ਼ ਪੈਂਦੇ ਨੇ ਤੇ ਬੰਦਾ ਉਹਨਾਂ ਨੂੰ ਉਹਨਾਂ ਤਰਤੀਬ ਦਿੰਦਾ। ਤੇ ਉਹ ਮੈਂ ਜੀ ਅਲਹਮਦੁਲਿਲਾ ਇੱਕ ਕਿਤਾਬ ਲਿਖਣਾ ਪਿਆ ਜਿਹਦੇ ਵਿੱਚ ਸ਼ੇਰ ਵੀ ਨੇ, ਜਿਹਦੇ ਵਿੱਚ ਦੂਜੀਆਂ ਬਾਤਾਂ ਵੀ ਨੇ। ਅਨਕਰੀਬ ਇਨਸ਼ਾਅੱਲਾ ਉਹ ਪਬਲਿਸ਼ ਹੋ ਜਾਏਗੀ। ਤੇ ਇਹ ਸ਼ੌਕ ਪੁਰਾਣਾ है जी, नवा नहीं शौक है। सर आप जो किताब में शेरो शेरी कर रहे हैं, उस किताब का कोई नाम अपने चाहने वालों को बता सकते हैं सर? ਉਹ ਸਰਪ੍ਰਾਈਜ਼ ਦਿੱਤਾ ਜਾਏ ਤਾਂ ਮੇਰੇ ਖਿਆਲ 'ਚ ਬਹੁਤਾ ਅੱਛਾ ਲੱਗੇਗਾ। ਮੈਂ ਵਕਤ ਤੋਂ ਪਹਿਲਾਂ ਉਹਨੂੰ ਨਹੀਂ ਇਸ ਚੀਜ਼ ਨੂੰ ਪਰਦਾ ਉਠਾਉਣਾ ਚਾਹੁੰਦਾ ਰਾਜ਼ ਤੋਂ। ਅਨਕਰੀਬ ਇਨਸ਼ਾਅੱਲਾ ਇਹ ਮੇਰੇ ਖਿਆਲ ਦੇ ਮੁਤਾਬਕ 10ਵਾਂ ਮਹੀਨਾ ਅਕਤੂਬਰ ਹੈ ਨਾ, ਹੈ ਤੇ ਦੂਸਰੇ ਮਹੀਨੇ ਫਰਵਰੀ ਦੇ ਵਿੱਚ 2024 ਫਰਵਰੀ ਦੇ ਵਿੱਚ ਆ ਜਾਏਗੀ ਇਨਸ਼ਾਅੱਲਾ ਜੀ। बहुत शुक्रिया। आप पंजाबी ज़बान में ज़्यादा टिकटॉक बनाते हैं, इसका बुनियादी मकसद क्या है? ਵੇਖੋ ਸਾਡੀ ਮਾਦਰੀ ਜ਼ੁਬਾਨ ਹੈ, ਸਾਡੀ ਆਪਣੀ ਮਾਂ ਬੋਲੀ ਹੈ। ਪੰਜਾਬੀ ਜ਼ੁਬਾਨ ਦੇ ਵਿੱਚ ਮੈਂ ਇਸ ਵਾਸਤੇ ਟਿਕਟਾਕਾਂ ਬਣਾਉਣਾ ਜਾਂ YouTube Facebook ਦੀਆਂ ਵੀਡੀਓ ਇਸ ਵਾਸਤੇ ਬਣਾਉਣਾ ਕਿ ਜਿਹੜੇ ਸਾਦੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ, ਜਿਹੜੇ ਅਨਪੜ੍ਹ ਨੇ, ਜਿਨ੍ਹਾਂ 'ਚ ਵਡੇਰੇ ਬਜ਼ੁਰਗ ਨੇ, ਜਿਨ੍ਹਾਂ 'ਚ ਅਨਪੜ੍ਹ ਨੌਜਵਾਨ ਨੇ, ਜਿਨ੍ਹਾਂ ਦੇ ਵਿੱਚ ਐਸੇ ਲੋਕ ਨੇ ਜਿਹੜੇ ਇੰਗਲਿਸ਼ ਦੇ ਵਰਡ ਨਹੀਂ ਜਾਣਦੇ, ਜਦੋਂ ਮੈਂ ਪੰਜਾਬੀ ਦੇ ਵਿੱਚ ਗੁਫ਼ਤਗੂ ਕਰਨਾ ਤੇ ਉਹਨਾਂ ਨੂੰ ਇੰਝ ਅਪਣਾਈਅਤ ਦਾ ਅਹਿਸਾਸ ਹੁੰਦਾ ਕਿ ਜਿਵੇਂ ਸਾਡਾ ਆਪਣਾ ਕੋਈ ਭਾਈ ਜਾਂ ਪੁੱਤਰ ਵੀਰ ਸਾਡੇ ਨਾਲ ਗੱਲ ਕਰਦਾ ਪਿਆ ਬੜੀ ਖੁੱਲ੍ਹ ਡੁੱਲ ਕੇ। ਉਹਨਾਂ ਨੂੰ ਵਾਜ਼ੇ ਔਰ ਆਸਾਨ ਅਲਫਾਜ਼ ਦੇ ਵਿੱਚ ਮੈਂ ਉਹ ਗੱਲ ਦੱਸ ਛੱਡਣਾ, ਸਮਝਾ ਛੱਡਣਾ, ਤਾਂ ਕਿ ਜਿਹੜਾ ਨਾ ਕੋਈ ਅਨਪੜ੍ਹ ਵੀ ਹੈ ਨਾ ਉਹਨੂੰ ਵੀ ਮੇਰੀ ਗੱਲ ਦੀ ਆਸਾਨੀ ਨਾਲ ਸਮਝ ਆ ਜਾਵੇ। ਔਰ ਉਰਦੂ ਦੇ ਵਿੱਚ ਬੇਸ਼ੁਮਾਰ ਟਿਕਟਾਕਰ ਨੇ ਜਾਂ ਮੋਟੀਵੇਸ਼ਨਲ ਸਪੀਕਰ ਜਿਹੜੇ ਨੇ ਉਰਦੂ 'ਚ ਇੰਗਲਿਸ਼ 'ਚ ਤਕਰੀਰ ਕਰਦੇ ਨੇ, ਲੇਕਿਨ ਜਿਹੜੇ ਸਾਦੇ ਲੋਕ ਹੁੰਦੇ ਨੇ ਮੇਰੀ ਤਰ੍ਹਾਂ ਦੇ, ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇੰਗਲਿਸ਼ ਦੇ ਵਿੱਚ ਉਹਨਾਂ ਬੋਲਿਆ ਕੀ ਹੈ। ਪੰਜਾਬੀ 'ਚ ਬੋਲਣ ਦਾ ਮਕਸਦ ਇੱਕ ਤਾਂ ਇਹ ਵੇ ਕਿ ਸਾਡੀ ਮਾਂ ਬੋਲੀ ਜ਼ੁਬਾਨ ਹੈ, ਸਾਡੀ ਮਾਦਰੀ ਜ਼ੁਬਾਨ ਹੈ। ਤੇ ਦੂਜੇ ਨੰਬਰ ਦੇ ਉੱਤੇ ਅਸਲ ਮਕਸਦ ਇਹ ਵੇ ਕਿ ਜਿਨ੍ਹਾਂ ਨੂੰ ਨਹੀਂ ਵੀ ਨਾ ਉਹ ਗੁੰਝਲਾਂ ਵਾਲੇ ਜਾਂ ਏਡੇ ਪਚੀਦਾ ਲਫ਼ਜ਼ ਇੰਗਲਿਸ਼ ਦੇ ਉਰਦੂ ਦੇ ਸਮਝ ਆਉਂਦੇ, ਪੰਜਾਬੀ ਦੇ ਵਿੱਚ ਆਸਾਨ ਅਲਫਾਜ਼ ਦੇ ਨਾਲ ਉਹਨਾਂ ਨੂੰ ਸਮਝਾ ਛੜੀਦਾ ਤੇ ਉਹਨਾਂ ਨੂੰ ਸਮਝ ਆ ਜਾਂਦੀ। ਮਕਸਦ ਤੇ ਗੱਲ ਸਮਝਾਉਣਾ ਹੁੰਦਾ ਨਾ, ਮਕਸਦ ਨਹੀਂ ਤਕਰੀਰਾਂ ਕਰਾਉਣ ਤੇ ਨਹੀਂ ਹੁੰਦਾ। ਜੇ ਤਕਰੀਰਾਂ ਵੀ ਕਰਨਾ ਵੇ ਤੇ ਤਾਂ ਵੀ ਕਿਸੇ ਨੂੰ ਗੱਲ ਸਮਝ ਤੇ ਆਉਣੀ ਚਾਹੀਦੀ ਹੈ ਨਾ। ਸੋ ਇਸ ਵਾਸਤੇ ਮੈਂ ਪੰਜਾਬੀ ਜ਼ਬਾਨ ਬੋਲਣਾ ਜੀ। बहुत शुक्रिया। आप बूरेवाला मियाँ जाहिद इब्राहिम सिद्धू जट ज़िली सदर जट फेडरेशन के डेरे पर जट कन्वेंशन में तशरीफ़ लाए और आपके लोग दूर दूर से मिलने और सुनने के लिए आए। आपको इतने ज़्यादा चाहने वाले लोगों से मिलकर कैसा लगा आपको? देखो मैं अल्लाह पाक की ज़ात का शुक्र अदा करना, बड़ा शुक्र अदा करना ਤੇ ਬੜਾ ਹੀ ਸ਼ੁਕਰ ਅਦਾ ਕਰਨਾ ਕਿ ਅੱਲਾਹ ਪਾਕ ਦੀ ਜ਼ਾਤ ਨੇ ਐਡਾ ਆਪਣੇ ਫਜ਼ਲ ਦੇ ਨਾਲ ਨਵਾਜ਼ਿਆ, ਐਡੀਆਂ ਰਹਿਮਤਾਂ ਕੀਤੀਆਂ ਨੇ। ਵੇਖੋ ਅਸੀਂ ਇਸ ਟਾਈਮ ਚੌਧਰੀ ਜ਼ਾਹਿਦ ਇਬਰਾਹਿਮ ਸਿੱਧੂ ਸਾਹਿਬ ਦੇ ਡੇਰੇ ਬੂਰੇਵਾਲਾ ਬੈਠੇ ਹਾਂ ਤੇ ਜਿੰਨੇ ਵੀ ਚਾਹਣ ਵਾਲੇ ਮੇਰੇ ਹੈ ਸਨ, ਉਂਝ ਤੇ ਇੱਕ ਤਾਦਾਦ ਸੀ ਨਾ ਰਾਤੀ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ, ਇੱਕ ਜੰਮੇ ਗਫੀਰ ਸੀ, ਲੇਕਿਨ ਮੈਂ ਇੰਨਾ ਕਰ ਅੱਲਾਹ ਦਾ ਸ਼ੁਕਰ ਅਦਾ ਕਰਨਾ ਕਿ ਕਦਰ ਕਰਨ ਵਾਲੇ ਲੋਕ ਨੇ। ਮੈਂ ਕੀ ਹਾਂ ਅੱਜ, ਮੈਂ ਇਸ ਕੈਮਰੇ ਦੀ ਵਸਾਤਤ ਨਾਲ, ਤੁਹਾਡੇ ਨਵਾਬ ਨਿਊਜ਼ ਚੈਨਲ ਦੀ ਵਸਾਤਤ ਦੇ ਨਾਲ ਸਾਰੀ ਪਬਲਿਕ ਨੂੰ ਆਪਣਾ ਪੈਗਾਮ ਦੇ ਛੱਡਣਾ। ਖੁਦਾ ਜਾਣਦਾ ਜਿਵੇਂ ਜਿਵੇਂ ਅੱਲਾਹ ਪਾਕ ਦੀ ਜ਼ਾਤ ਮੈਨੂੰ ਅਰੂਜ ਦਿੰਦਾ ਪਿਆ, ਤਰੱਕੀ ਦਿੰਦਾ, ਅੱਲਾਹ ਮੈਨੂੰ ਬੁਲੰਦੀ ਦਿੰਦਾ ਪਿਆ, ਤੇ ਮੈਂ ਉਂਝ ਉਂਝ ਹੀ ਆਪਣੇ ਅੰਦਰ ਝੁਕਾਓ ਲਿਆਈ ਜਾਂਦਾ, ਉਂਝ ਉਂਝ ਹੀ ਆਪਣੇ ਆਪ ਨੂੰ ਨਾ ਆਜ਼ੀ ਦੇ ਵਿੱਚ ਲੈ ਕੇ ਆਉਣਾ ਕਿ ਯਾਰ ਮੈਂ ਕੁਝ ਨਹੀਂ, ਮੈਂ ਹੈ ਹੀ ਕੁਝ ਨਹੀਂ। ਔਰ ਜਿਵੇਂ ਜਿਵੇਂ ਮੈਂ ਆਪਣੇ ਵਿੱਚ ਆਜ਼ੀ ਇਖਤਿਆਰ ਕਰਨਾ ਪਿਆ, ਝੁਕਾਓ ਲਿਆਉਣਾ, ਅੱਲਾਹ ਮੈਨੂੰ ਮਜ਼ੀਦ ਬੁਲੰਦੀਆਂ ਦੇ ਛੱਡਦਾ। ਸੋ ਵੇਖਣ ਵਾਲਿਆਂ ਨੂੰ ਇਹੀ ਗੱਲ ਆਖਾਂਗਾ ਕਿ ਆਜ਼ੀ ਇਖਤਿਆਰ ਕਰੋ। ਮੈਂ ਫੂੰ ਫਾਂ ਦੇ ਵਿੱਚ ਕੋਈ ਜ਼ਿੰਦਗੀ ਨਹੀਂ ਜੇ, ਜ਼ਲਾਲਤ ਜੇ ਨਿਰੀ। ਔਰ ਮੈਂ ਬੜਾ ਅੱਲਾ ਦਾ ਸ਼ੁਕਰ ਵੀ ਅਦਾ ਕਰਨਾ ਔਰ ਬੂਰੇ ਵਾਲੇ ਦੀ ਸਾਰੀ ਆਵਾਮ ਦਾ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਮੈਨੂੰ ਐਡੇ ਅੱਛੇ ਤਰੀਕੇ ਦੇ ਨਾਲ ਵੈਲਕਮ ਆਖਿਆ ਜੀ। बहुत शुक्रिया। आपने हमें अपना कीमती वक्त दिया, हम आपका तहे दिल से शुक्रिया अदा करते हैं। आप नवाब न्यूज़ HD सोशल मीडिया चैनल के बारे में क्या कहना चाहते हैं? ਕੱਲ੍ਹ ਤੋਂ ਲੈ ਕੇ ਜਦੋਂ ਅਸੀਂ ਆਏ ਹਾਂ, ਨਵਾਬ ਨਿਊਜ਼ ਨੇ ਬਹੁਤ ਅੱਛੀ ਕਵਰੇਜ ਦਿੱਤੀ ਹੈ। ਬਹੁਤ ਮਜ਼ਾ ਆਇਆ ਇਸ ਚੀਜ਼ ਦਾ ਕਿ ਜਨਾਬ ਜਿਹੜਾ ਵੀ ਕੋਈ ਕਲਿੱਪ ਬਣਾਇਆ, ਕੋਈ ਫੋਟੋ ਬਣਾਈ ਹੈ, ਕੋਈ ਆਵਾਜ਼ ਦੀ ਕੁਆਲਿਟੀ ਹੈ ਜਾਂ ਵੀਡੀਓ ਦੀ ਕੁਆਲਿਟੀ ਹੈ, ਕਿਆ ਟਾਪ ਕਲਾਸ ਹੈ ਜੀ। ਮਾਸ਼ਾਅੱਲਾ ਮੈਂ ਬਹੁਤ ਰਾਜ਼ੀ ਹਾਂ ਤੁਹਾਡੇ ਤੇ, ਅੱਲਾ ਵੀ ਤੁਹਾਡੇ ਤੇ ਰਾਜ਼ੀ ਹੋ ਜੀ। ਮਾਸ਼ਾਅੱਲਾ ਅੱਲਾ ਮਜ਼ੀਦ ਤੁਹਾਨੂੰ ਤਰੱਕੀਆਂ अता फरमावे। बहुत शुक्रिया। आखिर में आप अपने चाहने वालों और देखने वालों और सुनने वालों को क्या पैगाम देंगे? अपने इतने माशाअल्लाह लाखों में करोड़ों में फॉलोअर्स हैं, उनको क्या पैगाम देंगे? ਵੇਖਣ ਵਾਲਿਆਂ ਨੂੰ ਖਾਸ ਕਰ ਨੌਜਵਾਨ ਯੰਗ ਜਨਰੇਸ਼ਨ ਨੂੰ ਮੈਂ ਪੈਗਾਮ ਦਿਆਂਗਾ ਕਿ ਆਪਣੇ ਵਿੱਚ ਖੁਦ ਇਤਮਾਦੀ ਪੈਦਾ ਕਰੋ। ਆਪਣੇ ਵਿੱਚ ਤੁਹਾਨੂੰ ਨਾ ਆਪਣੇ 'ਤੇ ਇਤਮਾਦ ਹੋਣਾ ਚਾਹੀਦਾ ਕਿ ਮੈਂ ਇਹ ਕੰਮ ਕਰ ਲਾਂਗਾ। ਜਦੋਂ ਤੁਹਾਡੇ ਵਿੱਚ ਯਕੀਨ ਵਾਲੀ ਬਾਤ ਹੋਏਗੀ, ਤੁਸੀਂ ਯਕੀਨ ਦੇ ਨਾਲ ਕੋਈ ਕੰਮ ਕਰੋਗੇ, ਖੁਦ ਇਤਮਾਦੀ ਹੋਏਗੀ, ਤੇ ਉਹ ਕੰਮ ਤੁਸੀਂ ਕਰ ਵੀ ਲਓਗੇ।
ਜਦੋਂ ਤੁਹਾਨੂੰ ਆਪਣੇ ਉੱਤੇ ਯਕੀਨ ਨਹੀਂ ਹੋਣਾ, ਫਿਰ ਜਿਹੜਾ ਤੁਸੀਂ ਕੰਮ ਕਰ ਵੀ ਸਕਦੇ ਹੋ ਉਹ ਵੀ ਨਹੀਂ ਕਰ ਸਕੋਗੇ। ਕਿਸੇ ਆਖਣ ਵਾਲੇ ਨੇ ਆਖਿਆ, ਜੋ ਯकीन की राह पर चल पड़े उन्हें मंजिलों ने पनाह दी, जिन्हें वसवसों ने डरा दिया वो कदम कदम पर बहक गए। जिन्हें वेखण वाले ने सब ਨੂੰ ਇਹ ਆਖਾਂਗਾ ਕਿ ਅਗਰ ਤੁਸੀਂ ਅੱਗੇ ਲੰਘਣਾ ਵੇ, ਅਗਰ ਤੁਸੀਂ ਕਿਸੇ ਨੂੰ ਕ੍ਰਾਸ ਕਰਨਾ ਵੇ, ਕਿਸੇ ਤੋਂ ਅਗਾਂਹ ਟਾਪ ਕਰਨਾ ਵੇ, ਤੇ ਕਿਸੇ ਦੀ ਇੱਜ਼ਤ ਨਫਸ ਮਜਰੂਹ ਕਰਕੇ ਕਿਸੇ ਨੂੰ ਲਤਾੜ ਕੇ ਅੱਗੇ ਨਾ ਲੰਘੋ। ਜੇ ਤੁਸੀਂ ਅੱਗੇ ਲੰਘਣਾ ਵੀ ਹੈ ਨਾ, ਤੇ ਕਿਸੇ ਦੇ ਮੁੰਡਿਆਂ ਤੇ ਚੜ ਕੇ ਅੱਗੇ ਨਾ ਲੰਘੋ, ਕਿਸੇ ਨੂੰ ਬਿਜ਼ਤ ਕਰਕੇ ਅੱਗੇ ਨਾ ਲੰਘੋ। ਅਗਰ ਤੁਸੀਂ ਅੱਗੇ ਲੰਘਣਾ ਤੇ ਖੁਦ ਮਿਹਨਤ ਕਰੋ, ਸਟਰਗਲ ਕਰੋ, ਕੋਸ਼ਿਸ਼ ਕਰੋ, ਜਦੋਜਹਿਦ ਕਰੋ, ਖੁਦ ਵਰਕ ਕਰੋ। ਔਰ ਇੱਕ ਗੱਲ ਮੇਰੀ ਜ਼ਿਹਨ 'ਚ ਰੱਖਿਓ ਜੇ ਕਿ ਜਿਹਦੀ ਵੀ ਕੋਈ ਮਿਹਨਤ ਥੋੜ੍ਹੀ ਹੈ ਬਹੁਤੀ ਹਾਂ ਹੋਏ ਠੀਕ ਕੰਮ ਵਾਸਤੇ, ਅੱਲਾ ਕਿਸੇ ਦੀ ਮਿਹਨਤ ਨੂੰ ਜ਼ਾਇਆ ਨਹੀਂ ਕਰਦਾ। ਲਿਹਾਜ਼ਾ ਤੁਸੀਂ ਅੱਗੇ ਨਿਕਲੋ, ਜ਼ਰੂਰ ਨਿਕਲੋ। ਅੱਲਾ ਤੁਹਾਨੂੰ ਕਾਮਯਾਬੀਆਂ ਦੇਗਾ, ਬੁਲੰਦੀਆਂ ਦੇਗਾ, ਤਰੱਕੀਆਂ ਦੇਗਾ। ਅਗਰ ਤੁਸੀਂ ਲੋਕਾਂ ਦੀਆਂ ਲੱਤਾਂ ਖਿੱਚ ਕੇ, ਦੂਜਿਆਂ ਨੂੰ ਲਤਾੜ ਕੇ, ਬਿਜ਼ਤ ਕਰਕੇ, ਇਨਸਲਟ ਕਰਕੇ ਤੇ ਤੁਸੀਂ ਇਹ ਸੋਚੋ ਕਿ ਅਸੀਂ ਅੱਗੇ ਲੰਘ ਜਾਈਏ, ਤੇ ਅੱਲਾ ਦੀ ਜਿਹੜੀ ਕੁਦਰਤ ਹੈ ਨਾ, ਬਲਕਿ ਮੈਂ ਆਖਾਂਗਾ ਅੱਲਾ ਦੀ ਜਿਹੜੀ ਲਾਠੀ ਹੈ ਉਹ ਬੜੀ ਬੇਆਵਾਜ਼ ਹੈ। ਔਰ ਅੱਲਾ ਦੀ ਕੁਦਰਤ ਜਿਹੜੀ ਹੈ ਨਾ ਉਹ ਤੁਹਾਨੂੰ ਕਦੀ ਮਾਫ ਨਹੀਂ ਕਰੇਗੀ। ਲਿਹਾਜ਼ਾ ਅੱਗੇ ਨਿਕਲੋ, ਤਰੱਕੀਆਂ ਮਿਲਣਗੀਆਂ, ਤੁਹਾਨੂੰ ਬੜੀਆਂ ਕਾਮਯਾਬੀਆਂ ਮਿਲਣਗੀਆਂ। ਕਿਸੇ ਨੂੰ ਬਿਜ਼ਤ ਕਰਨ ਤੋਂ ਬਗੈਰ, ਕਿਸੇ ਨੂੰ ਜ਼ਲੀਲ ਕਰਨ ਤੋਂ ਬਗੈਰ, ਰਸਵਾ ਕਰਨ ਤੋਂ ਬਗੈਰ, ਖੁਦ ਮਿਹਨਤ ਕਰਕੇ ਆਪਣੇ ਪੈਰਾਂ ਤੇ ਖਲੋ ਕੇ ਅੱਗੇ ਨਿਕਲੋ। ਇਹਦੇ ਵਿੱਚ ਹੀ ਮਜ਼ਾ ਜੇ, ਔਰ ਇਹਦੇ ਵਿੱਚ ਵੀ ਜ਼ਮੀਰ ਮੁਤਮਿਨ ਹੁੰਦਾ ਹੈ। ਵਰਨਾ ਅਗਰ ਤੁਸੀਂ ਕਿਸੇ ਨੂੰ ਬਿਜ਼ਤ ਕਰਕੇ, ਜ਼ਲੀਲ ਕਰਕੇ, ਰਸਵਾ ਕਰਕੇ, ਕਿਸੇ ਦਾ ਹੱਕ ਮਾਰ ਕੇ, ਕਿਸੇ ਨੂੰ ਲਤਾੜ ਕੇ ਕਾਮਯਾਬ ਹੋ ਵੀ ਜਾਓ ਨਾ, ਅਗਰ ਤੁਹਾਡਾ ਜ਼ਮੀਰ ਜ਼ਿੰਦਾ ਨਾ, ਤਾਂ ਤੁਹਾਨੂੰ ਮਲਾਮਤ ਕਰੇਗਾ ਕਿ ਕਮਲਿਆ ਇਹ ਕੀ ਕੀਤਾ ਹੈ। ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਮੈਂ ਤੁਹਾਡਾ ਇੱਕ ਵਾਰ ਫਿਰ ਨਵਾਬ ਨਿਊਜ਼ ਦਾ ਬੜਾ ਸ਼ੁਕਰੀਆ ਅਦਾ ਕਰਨਾ ਜੀ, ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਔਰ ਸਾਡਾ ਤੁਸੀਂ ਇੰਟਰਵਿਊ ਕੀਤਾ। ਅੱਲਾਹ ਤੁਹਾਨੂੰ ਬੜੀਆਂ ਤਰੱਕੀਆਂ ਦੇ। ਨਵਾਬ ਨਿਊਜ਼ ਨੂੰ ਅੱਲਾਹ ਪਾਕ ਦੀ ਜ਼ਾਤ ਬਹੁਤ ਜ਼ਿਆਦਾ ਚਾਰ ਚੰਨ ਲਾਏ, ਔਰ ਮੇਰੀ ਦੁਆ ਹੈ ਕਿ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਇੰਝ ਹੀ ਆਪਣੀ ਮਿਹਰ ਦੇ ਵਿੱਚ ਰੱਖੇ। बहुत ज़्यादा शुक्रिया जी, मेहरबानी। शुक्रिया जनाब। इसके साथ ही दीजिए इजाज़त। अल्लाह हाफिज़।